ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰਿਆਂ ਇਹ ਤਾਂ ਸੁਣਿਆ ਹੋਵੇਗਾ ਕਿ ਸਿੰਘ 1984 ਦੇ ਘੱਲੂਘਾਰੇ ਸਮੇਂ ਬੜੇ ਹੀ ਨਿਡਰ ਹੋ ਕੇ ਲੜੇ ਸਨ, ਪਰ ਕੀ ਤੁਸੀਂ ਜਾਣਦੇ ਹੋ ਕਿ ਬੀਬੀਆਂ ਤੇ ਬੱਚੇ ਵੀ ਹਥਿਆਰਾਂ ਸਮੇਤ ਦੁਸ਼ਮਣ ਫੌਜ ਦੇ ਨਾਲ ਉਹਨਾਂ ਨੇ ਵੀ ਲੋਹਾ ਲਿਆ ਸੀ। ਤੇ ਅੱਜ ਦੀ ਇਹ ਵੀਡੀਓ ਵਿੱਚ ਇਹੀ ਆਪਾਂ ਬਿਆਨ ਕਰਾਂਗੇ। 4 ਜੂਨ ਨੂੰ ਤੋਪਾਂ ਦੀ ਗਰਜ ਗੜਗ ਤੇ ਮਸ਼ੀਨ ਗਨਾਂ ਦੀ ਫਾਇਰਿੰਗ ਦੀਆਂ ਕਨਪਾੜਵੀਆਂ ਆਵਾਜ਼ਾਂ ਤਾਬੜਤੋੜ ਰੂਪ ਦੇ ਵਿੱਚ ਸੂਰਜ ਦੇ ਢਲ ਜਾਣ ਦੇ ਉੱਪਰ ਲੋਡੇ ਪਹਿਰ ਤੱਕ ਨਿਰੰਤਰ ਆਉਂਦੀਆਂ ਰਹੀਆਂ ਸਨ। ਮੁਕਾਬਲੇ ਵਿੱਚ ਸਿੰਘ ਵੀ ਸੰਤਾਂ ਦੀ ਇਸ ਹਦਾਇਤ ਨੂੰ ਮੁੱਖ ਰੱਖਦੇ ਹੋਏ ਕਿ ਅਸਲਾ ਐਵੇਂ ਜਾਇਆ ਨਹੀਂ ਕਰਨਾ, ਹਰ ਗੋਲੀ ਵੇਲੇ ਨਾਲ ਟਿਕਾਣੇ ਸਿਰ ਲੱਗਣੀ ਚਾਹੀਦੀ ਹੈ। ਫੌਜ ਦੀ ਫਾਇਰਿੰਗ ਦਾ ਸਮੇਂ-ਸਮੇਂ ਬੜੇ ਢੁਕਵੇਂ ਢੰਗ ਦੇ ਨਾਲ ਮੋੜਵਾ ਜਵਾਬ ਦਿੰਦੇ ਰਹੇ, ਜਿਸ ਦੇ ਨਤੀਜੇ ਵਜੋਂ ਕੰਪਲੈਕਸ ਤੋਂ ਉੱਤਰ ਪੱਛਮ ਅਤੇ ਉੱਤਰ ਦੇ ਉੱਤਰ ਪੂਰਬ ਵੱਲ ਪੈਂਦੇ ਫੌਜੀ ਮੋਰਚਿਆਂ 'ਚੋਂ ਕੁਝ ਮੋਰਚੇ ਤਾਂ 4 ਵਜੇ ਤੋਂ ਪਹਿਲਾਂ ਹੀ ਚੁੱਪ ਕਰਵਾ ਦਿੱਤੇ ਗਏ ਸਨ। ਜਥੇ ਦੇ ਸਿੰਘ ਤੇ ਫੈਡਰੇਸ਼ਨ ਦੇ ਜਵਾਨਾਂ ਨੇ ਆਪਣੇ ਉੱਚੀਆਂ ਇਮਾਰਤਾਂ ਵਾਲੇ ਮੋਰਚਿਆਂ 'ਚੋਂ ਭਾਰਤੀ ਸੈਨਾ ਨੂੰ ਕੁਝ ਵੈਲਡਿੰਗਾਂ ਦੇ ਉੱਤੋਂ ਤੇ ਬਾਹਰੋਂ ਬਾਹਰੀ ਫੌਜੀ ਜਵਾਨਾਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਚੁੱਕਦੇ ਉਲਾਰਦਿਆਂ ਹੋਇਆਂ ਅੱਖੀਂ ਵੇਖਿਆ ਸੀ। ਪਰ ਇਸ ਤੋਂ ਪਿੱਛੋਂ ਤਾਂ ਸਿੰਘਾਂ ਨੇ ਕੋਈ 1 ਦਰਜਨ ਤੋਂ ਉੱਪਰ ਫੌਜੀ ਅਤੇ ਸੈਮੀ ਮਿਲਟਰੀ ਫੋਰਸਿਸ ਦੇ ਸੈਨਿਕਾਂ ਨੂੰ ਉਹਨਾਂ ਦੇ ਅੱਡੇ ਟਿਕਾਣਿਆਂ ਤੇ ਮੋਰਚਾ ਉੱਪਰ ਇੱਕ ਤਰ੍ਹਾਂ ਦੇ ਨਾਲ ਬੰਗਾਰ ਕੇ ਮਾਰਿਆ ਸੀ। ਇਸੇ ਦਿਨ ਸ਼ਾਮ ਦੇ ਕੋਈ 3-3:30 ਵਜੇ ਦੇ ਲਗਭਗ ਕੰਪਲੈਕਸ ਚੋਂ ਉੱਤਰ ਵਾਲੇ ਪਾਸੇ ਜਲਿਆਂਵਾਲੇ ਬਾਗ ਦੇ ਆਸ-ਪਾਸ ਸਰਕਾਰੀ ਜੀਪਾਂ ਗੱਡੀਆਂ ਉੱਪਰ ਕੰਪਲੈਕਸ ਅੰਦਰਲੇ ਸਿੰਘਾਂ ਸੂਰਮਿਆਂ ਤੇ ਆਮ ਸੰਗਤਾਂ ਨੂੰ ਖਾਲੀ ਹੱਥੀਂ ਕੰਪਲੈਕਸ ਚੋਂ ਬਾਹਰ ਨਿਕਲ ਕੇ ਫੌਜੀ ਅਫਸਰਾਂ ਸਾਹਮਣੇ ਪੇਸ਼ ਹੋ ਜਾਣ ਲਈ ਅਨਾਉਂਸਮੈਂਟ ਰਾਹੀਂ ਚੇਤਾਵਨੀ ਦਿੱਤੀ ਜਾ ਰਹੀ ਸੀ, ਜਿਸ ਦੇ ਅਸਰ ਨੂੰ ਜਥੇ ਦੇ ਸਿੰਘਾਂ, ਫੈਡਰੇਸ਼ਨ ਦੇ ਜਵਾਨਾਂ ਤੇ ਹੋਰ ਜੁਝਾਰੂਆਂ ਵੱਲੋਂ ਕਬੂਲਣਾ ਇੱਕ ਗੈਰ ਕੁਦਰਤੀ ਗੱਲ ਹੋਣ ਕਰਕੇ ਔਕਾ ਹੀ ਮੁਮਕਿਨ ਸੀ। ਪਰ ਦੂਸਰੇ ਪਾਸੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੇ ਸੰਬੰਧਿਤ ਵਿਅਕਤੀਆਂ ਤੇ ਜਥੇਬੰਦੀਆਂ ਨੂੰ ਚੁੱਪਚਾਪ ਹੱਥ ਖੜੇ ਕਰਕੇ ਕੰਪਲੈਕਸ ਛੱਡਣ ਲਈ ਦਬਵੇਂ ਕੁੱਟਵੇਂ ਜਿਹੇ ਰੂਪ ਦੇ ਵਿੱਚ ਹਰੀ ਝੰਡੀ ਦੇ ਦਿੱਤੀ ਸੀ। ਜਿਸ ਸਮੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਕੰਪਲੈਕਸ ਛੱਡ ਜਾਣ ਦਾ ਸੰਕੇਤ ਮਿਲਣ ਤੋਂ ਬਾਅਦ ਕੋਈ 250-300 ਦੇ ਲਗਭਗ ਸੰਗਤਾਂ ਸਮੁੰਦਰੀ ਹਾਲ ਤੇ ਗੁਰੂ ਰਾਮਦਾਸ ਰਾਮ ਵਾਲੇ ਪਾਸਿਓਂ ਉੱਤਰ ਵੱਲ ਪੈਂਦੇ ਬਾਜ਼ਾਰ ਵੱਲ ਨੂੰ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਉਸ ਸਮੇਂ ਫੌਜ ਨੇ ਫਾਇਰਿੰਗ ਬੰਦ ਕਰ ਰੱਖੀ ਸੀ। ਪਰ ਜਦੋਂ ਹੀ ਸੰਗਤਾਂ ਨੇ, ਜਿਨ੍ਹਾਂ ਵਿੱਚ ਜ਼ਿਆਦਾ ਕਰਕੇ ਬੀਬੀਆਂ, ਬੱਚੇ, ਬਜ਼ੁਰਗ ਤੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਨੌਜਵਾਨ ਵਿੰਗ ਯੂਥ ਅਕਾਲੀ ਦਲ ਦੇ ਵਰਕਰ ਸਨ, ਗਲੀ ਬਾਜ਼ਾਰਾਂ ਦੇ ਵਿੱਚ ਕਦਮ ਰੱਖਿਆ ਤਾਂ ਫੌਜ ਨੇ ਉਸੇ ਵੇਲੇ ਫਿਰ ਤਾਬੜਤੋੜ ਰੂਪ ਦੇ ਵਿੱਚ ਫਾਇਰਿੰਗ ਖੋਲ੍ਹ ਦਿੱਤੀ। ਇਸ ਦਾ ਨਤੀਜਾ ਕੁਝ ਬਜ਼ੁਰਗਾਂ, ਬੱਚਿਆਂ, ਬੀਬੀਆਂ ਤੇ ਜਵਾਨਾਂ ਦੀ ਮੌਤ ਦੇ ਵਿੱਚ ਨਿਕਲਣਾ ਕੁਦਰਤੀ ਸੀ। ਜਦ ਬੁਰਜ ਜੱਸਾ ਸਿੰਘ ਆਹਲੂਵਾਲੀਆ, ਗੁਰੂ ਰਾਮਦਾਸ ਲੰਗਰ ਅਤੇ ਉੱਤਰੀ ਦਰਸ਼ਨੀ ਡਿਊਟੀ ਬਲ ਦੇ ਸਿੰਘਾਂ ਨੇ ਫੌਜ ਵੱਲੋਂ ਕੀਤੀ ਗਈ ਇਸ ਵਹਿਸ਼ੀਆਨਾ ਕਾਰਵਾਈ ਨੂੰ ਵੇਖਿਆ ਤਾਂ ਸਿੰਘਾਂ ਨੇ ਆਪਣੇ ਮੋਰਚਿਆਂ ਤੋਂ ਲਾਈਟ ਮਸ਼ੀਨ ਗਨਾਂ ਤੇ ਹੋਰ ਹੱਥ ਗੋਲੀਆਂ ਤੇ ਹੋਰ ਆਟੋਮੈਟਿਕ ਹਥਿਆਰਾਂ ਰਾਹੀਂ ਆਪਣੀ ਮਾਰ ਹੇਠ ਆਉਂਦੇ ਫੌਜੀ ਦਸਤਿਆਂ ਤੇ ਮੋਰਚਿਆਂ ਉੱਪਰ ਇੱਕ ਬਾਰੂਦੀ ਅੱਗ ਦਾ ਝੱਖੜ ਚਲਾ ਦਿੱਤਾ, ਜਿਸ ਦੇ ਸਿੱਟੇ ਵਜੋਂ ਬਾਜ਼ਾਰਾਂ ਦੇ ਵਿੱਚ ਇੱਧਰ ਉੱਧਰ ਗਸ਼ਤ ਕਰ ਰਹੇ ਤੇ ਮੋਰਚੇ ਸੰਭਾਲੀ ਬੈਠੇ ਫੌਜ ਅਤੇ ਸੈਮੀ ਮਿਲਟਰੀ ਫੌਜ ਦੇ ਕੋਈ 15-20 ਸੈਨਿਕ ਥਾਂ ਤੇ ਹੀ ਢੇਰ ਹੋ ਗਏ ਤੇ ਦਰਜਨਾਂ ਦੀ ਗਿਣਤੀ ਦੇ ਵਿੱਚ ਜ਼ਖਮੀ ਹੋ ਗਏ। ਸਿੰਘਾਂ ਨੇ ਆਪਣੇ ਇਸ ਕਾਰਵਾਈ ਨਾਲ ਜਿੱਥੇ ਭਾਰਤੀ ਸੈਨਾ ਪਾਸੋਂ ਪਹਿਰ ਉੱਪਰੀ ਬਦਲਾ ਲੈ ਲਿਆ, ਉੱਥੇ ਉਹਨਾਂ ਨੂੰ ਆਪਣੇ ਸੈਕਸ਼ਨ ਰਾਹੀਂ ਇਹ ਵੀ ਸਮਝਾ ਦਿੱਤਾ ਕਿ ਅਗਲੇ ਪਾਸੇ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਨੇ ਇਸ ਲਈ ਦਰਬਾਰ ਸਾਹਿਬ ਦੀ ਪਰਿਕਰਮਾ ਵੱਲ ਨੂੰ ਕਦਮ ਜ਼ਰਾ ਸੋਚ ਸਮਝ ਕੇ ਪੁੱਟਿਓ। ਸ਼ਾਮ ਦੇ ਕੋਈ 6:30 ਤੋਂ ਪਿੱਛੋਂ ਫੌਜ ਵੱਲੋਂ ਗੋਲਾਬਾਰੀ ਤੇ ਫਾਇਰਿੰਗ ਉੱਕੀ ਬੰਦ ਹੋ ਜਾਣ ਦੇ ਪਿੱਛੋਂ ਜਦ ਕੁਝ ਇੱਕ ਸਿੰਘਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਪਿਛਲੇ ਪਾਸੇ ਲੱਗਦੇ ਘਰਾਂ, ਕੁਆਟਰਾਂ ਤੇ ਇਸੇ ਤਰ੍ਹਾਂ ਸਲਾਮ ਵਾਲੇ ਪਾਸੇ ਨਾਲ ਲੱਗਦੇ ਅਕਾਲ ਰੈਸਟ ਹਾਊਸ ਤੋਂ ਜਥੇ ਤੇ ਫੈਡਰੇਸ਼ਨ ਦੇ ਸਿੰਘਾਂ ਦੀਆਂ ਅਰਦੰਗਨੀਆਂ ਅਰਥਾਤ ਸਿੰਘਣੀਆਂ ਨੂੰ ਸੁਰੱਖਿਅਤ ਟਿਕਾਣਿਆਂ ਉੱਪਰ ਪਹੁੰਚਾਉਣ ਬਾਰੇ ਸੋਚਿਆ ਵਿਚਾਰਿਆ ਜਾਣ ਲੱਗਾ ਤਾਂ ਉਸ ਸਮੇਂ ਸਿੰਘਾਂ ਦੇ ਪਰਿਵਾਰਾਂ ਦੀ ਮਾਨਸਿਕ ਅਵਸਥਾ ਤੋਂ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਉਹ ਉੱਥੇ ਕਿਸੇ ਸੁਰੱਖਿਅਤ ਟਿਕਾਣਿਆਂ ਉੱਪਰ ਜਾਣ ਦੀ ਬਜਾਏ ਉਸ ਜੰਗੀ ਮਾਹੌਲ ਦੇ ਵਿੱਚ ਰਹਿਣ ਤੇ ਵਿਚਰਨ ਨੂੰ ਬੜੀ ਦ੍ਰਿੜਤਾ ਦੇ ਨਾਲ ਮਨੋ ਚਿੱਤੋਂ ਤਰਜੀਹ ਦੇ ਰਹੇ ਹੁੰਦੇ ਨੇ। ਸਰਦਾਰ ਦਾਰਾ ਸਿੰਘ ਡਰਾਈਵਰ ਦਾ ਭੁਜੰਗੀ ਤਾਂ ਉੱਥੋਂ ਕਿਸੇ ਹੋਰ ਥਾਂ ਜਾਣ ਤੋਂ ਉੱਕਾ ਹੀ ਇਨਕਾਰੀ ਹੋਇਆ ਬੈਠਾ ਸੀ, ਜਿਸ ਕਰਕੇ ਉਹ ਇਹ ਗੱਲ ਸੁਣਦਿਆਂ ਸਾਰੀ ਪਸਲਾ ਮਾਰ ਕੇ ਬੈਠ ਗਿਆ ਸੀ ਅਤੇ ਬਾਰ-ਬਾਰ ਇਹ ਗੱਲ ਦੀ ਰੱਟ ਲਗਾ ਰਿਹਾ ਸੀ ਕਿ ਮੈਂ ਤਾਂ ਆਪਣੇ ਭਾਊ ਦੇ ਨਾਲ ਹੀ ਸ਼ਹੀਦੀ ਪਾਉਣੀ ਹਾਂ। ਅਕਾਲ ਰੈਸਟ ਹਾਊਸ ਵਾਲੇ ਪਾਸੇ ਹਰਮਿੰਦਰ ਸਿੰਘ ਸੰਧੂ ਦੀ ਪਤਨੀ ਇਸ ਗੱਲ ਲਈ ਆਪਣਾ ਪੱਕਾ ਮਨ ਬਣਾਈ ਬੈਠੀ ਸੀ ਕਿ ਜੋ ਕੁਝ ਉਸਦੇ ਸਿਰ ਦੇ ਸਾਈਂ ਨਾਲ ਹੋਏ ਜਾਂ ਬੀਤੇਗੀ, ਉਹ ਕੁਝ ਉਹ ਆਪਣੇ ਸਿਰ ਉੱਪਰ ਵੀ ਚੱਲੇਗੀ। ਸਰਦਾਰ ਗੁਰਜੀਤ ਸਿੰਘ
ਝੋਕ ਹਰੀਹਰ ਦੀ ਪਤਨੀ ਦੀ ਮਾਨਸਿਕ ਦ੍ਰਿੜਤਾ ਅਤੇ ਉਸਦੇ ਬਲਵਾਨ ਮਨੋਬਲ ਦਾ ਪਤਾ ਉਸ ਵੇਲੇ ਸੁਭਾਵਿਕ ਰੂਪ ਵਿੱਚ ਹੀ ਆਖੀ ਗਈ ਇਸ ਗੱਲ ਤੋਂ ਸਾਫ਼ ਲੱਗ ਰਿਹਾ ਸੀ ਕਿ ਜਿਵੇਂ ਉਸ ਲਈ ਕੰਪਲੈਕਸ ਅੰਦਰ ਸ਼ਹੀਦੀ ਪਾਉਣੀ ਇੱਕ ਅਤੀ ਮਹਾਨ ਪਵਿੱਤਰ ਤੇ ਆਵਸ਼ਕ ਕਰਮ ਸੀ। ਇਸ ਦਾ ਕਥਨ ਸੀ ਕਿ ਮੈਂ ਵੀ ਤਾਂ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੁੱਤਰੀ ਹਾਂ, ਫਿਰ ਮੈਂ ਸੰਤਾਂ ਦੇ ਆਪਣੇ ਪਰਿਵਾਰ ਵਿੱਚੋਂ ਲਹੂ ਨਾਤੇ ਵੱਲੋਂ ਉਹਨਾਂ ਦੀ ਸਕੀ ਭਤੀਜੀ ਵੀ ਹਾਂ। ਇਸ ਸਮੇਂ ਜਦੋਂ ਮੇਰੇ ਹੋਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭੈਣ ਭਰਾ ਤੇ ਬਜ਼ੁਰਗ ਬੜੀ ਚੜ੍ਹਦੀ ਕਲਾ ਵਿੱਚ ਇੱਥੇ ਡਟੇ ਖਲੋਤੇ ਨੇ ਤਾਂ ਐਸੀ ਹਾਲਤ ਦੇ ਵਿੱਚ ਮੈਂ ਆਪਣੀ ਜਾਨ ਨੂੰ ਕਿਵੇਂ ਪਿਆਰੀ ਕਰ ਸਕਦੀ ਹਾਂ। ਸਾਨੂੰ ਤਾਂ ਸਭ ਜੀਆਂ ਨੂੰ ਸੰਤਾਂ ਵੱਲੋਂ ਉਸ ਤਰ੍ਹਾਂ ਦੀ ਵੀ ਹੁਕਮ ਹੈ ਕਿ ਜਦੋਂ ਗੁਰੂ ਘਰ ਦੀ ਪਵਿੱਤਰਤਾ ਤੇ ਸਿੱਖ ਕੌਮ ਦੀ ਹਸਤੀ ਖਤਰੇ ਦੇ ਵਿੱਚ ਪਈ ਹੋਈ ਦਿਸੇ ਤਾਂ ਫਿਰ ਉਸ ਸਮੇਂ ਆਪਣਾ ਸੀਸ ਗੁਰੂ ਘਰ ਤੇ ਗੁਰੂ ਪੰਥ ਮਾਰਗ ਉੱਪਰ ਭੇਟ ਚੜਾ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਕੇਵਲ ਸਿੰਘ ਭੂਰੇ, ਰਛਪਾਲ ਸਿੰਘ ਪੀਏ, ਸਰਦਾਰ ਅਮਰਜੀਤ ਸਿੰਘ ਖੇਮਕਰਨ, ਭਾਈ ਸੰਤੋਖ ਸਿੰਘ ਜੋ ਸੰਤਾਂ ਤੇ ਸੰਗਤ ਦੀਆਂ ਵੀਡੀਓ ਫਿਲਮਾਂ ਉਤਾਰਿਆ ਕਰਦੇ ਸਨ, ਭਾਈ ਗੁਰਮੁਖ ਸਿੰਘ ਗੜਵਈ, ਹਰਜਿੰਦਰ ਸਿੰਘ ਮਹਿਤਾ ਤੇ ਗੁਰਬਚਨ ਸਿੰਘ ਐਮਏ ਕੈਨੇਡਾ ਅਤੇ ਬਹੁਤ ਸਾਰੇ ਹੋਰ ਸਿੰਘਾਂ ਦੇ ਪਰਿਵਾਰ ਵੀ ਕੰਪਲੈਕਸ ਦੇ ਅੰਦਰ ਹੀ ਸ਼ਹੀਦੀ ਪਾਉਣ ਲਈ ਮਨ ਬਣਾਈ ਬੈਠੇ ਲੱਗਦੇ ਸਨ। ਸਿੰਘਣੀਆਂ ਆਪਣੇ ਬੱਚੇ ਨਾਲੋਂ ਆਪਣੇ ਸਿੰਘਾਂ ਦੇ ਨਾਲ ਕੰਪਲੈਕਸ ਦੇ ਅੰਦਰ ਸ਼ਹੀਦੀ ਪਾਉਣ ਦੀ ਖੇਡ ਨੂੰ ਮਨੋ ਚਿੱਤੋਂ ਇੱਕ ਬੜਾ ਹੀ ਪਿਆਰਾ, ਸਚਿਆਰਾ ਤੇ ਉੱਤਮ ਕਰਮ ਸਮਝ ਰਹੀਆਂ ਸਨ। ਤੇ ਦੂਜੇ ਪਾਸੇ ਬੀਬੀ ਉਪਕਾਰ ਕੌਰ, ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਸਤਰੀ ਵਿੰਗ, ਤਾਂ 1 ਜੂਨ ਵਾਲੇ ਦਿਨ ਹੀ ਐਲਾਨੀਆ ਤੌਰ ਤੇ ਕਹਿ ਚੁੱਕੀ ਸੀ ਕਿ ਉਹ ਦਰਬਾਰ ਸਾਹਿਬ ਕੰਪਲੈਕਸ ਉੱਪਰ ਫੌਜ ਜਾਂ ਅਰਧ ਫੌਜੀ ਦਸਤਿਆਂ ਦੇ ਹਮਲੇ ਨੂੰ ਕਿਸੇ ਹਾਲਤ ਦੇ ਵਿੱਚ ਵੀ ਬਰਦਾਸ਼ਤ ਨਹੀਂ ਕਰੇਗੀ। ਸਗੋਂ ਭਾਰਤ ਸਰਕਾਰ ਦੀ ਬਾਂਦਰ ਸੈਨਾ ਦੇ ਟਾਕਰੇ ਸਿੱਧੀਆਂ ਮੈਦਾਨ ਦੇ ਵਿੱਚ ਉਤਰ ਕੇ ਦੁਸ਼ਮਣਾਂ ਦੀਆਂ ਪਿੱਠਾਂ ਛਾਤੀਆਂ ਦੇ ਵਿੱਚ ਹੱਥੀਂ ਗੋਲੀਆਂ ਉਤਾਰ ਕੇ ਆਪ ਸ਼ਹੀਦੀ ਪਾ ਜਾਵੇਗੀ। ਸਰਦਾਰ ਰਛਪਾਲ ਸਿੰਘ ਪੀਏ ਦੀ ਪਤਨੀ ਵੀ ਪ੍ਰਕਰਮਾ ਦੀ ਪੱਛਮ ਵਾਲੇ ਪਾਸੇ ਦੀ ਬਾਰੀ ਉੱਪਰਲੀ ਇਮਾਰਤ ਦੇ ਵਿੱਚ ਕਾਇਮ ਕੀਤੇ ਹੋਏ ਮੋਰਚਿਆਂ ਨੂੰ ਛੱਡਣ ਨੂੰ ਤਿਆਰ ਨਹੀਂ ਸੀ। ਜਦੋਂ ਇਸ ਬੀਬੀ ਨੂੰ ਇੱਕ ਬਜ਼ੁਰਗ ਸਿੰਘ ਵੱਲੋਂ ਕੰਪਲੈਕਸ ਤੋਂ ਬਾਹਰ ਕਿਸੇ ਸੁਰੱਖਿਅਤ ਥਾਂ ਉੱਪਰ ਚਲੇ ਜਾਣ ਲਈ ਜ਼ੋਰ ਦਿੰਦਿਆਂ ਹੋਇਆ ਇਹ ਕਿਹਾ ਗਿਆ ਕਿ ਬੀਬੀ ਜੀ, ਤੁਹਾਡੀ ਗੋਦ ਦੇ ਵਿੱਚ ਇਹ 12-14 ਦਿਨਾਂ ਦਾ ਮਾਸੂਮ ਬੱਚਾ ਹੈ, ਇਸ ਲਈ ਤਾਂ ਤੋਪ, ਗੋਲੀਆਂ ਤੇ ਮਸ਼ੀਨ ਗੰਨਾਂ ਦੀਆਂ ਭਿਆਨਕ ਆਵਾਜ਼ਾਂ ਤੇ ਗਰਜਾਂ ਗੜੁੰਦਾਂ ਨੂੰ ਬਰਦਾਸ਼ਤ ਕਰਨਾ ਬਹੁਤ ਹੀ ਮੁਸ਼ਕਲ ਹੋ ਰਿਹਾ ਹੈ। ਇਸ ਕਰਕੇ ਬੜਾ ਹੀ ਚੰਗਾ ਹੋਵੇ ਜੇਕਰ ਤੁਸੀਂ ਇਸ ਬੱਚੇ ਦੀ ਖਾਤਰ ਹੀ ਇੱਥੋਂ ਕਿਸੇ ਸੁਰੱਖਿਅਤ ਥਾਂ ਉੱਪਰ ਚਲੇ ਜਾਓ। ਤਾਂ ਉਸ ਬਜ਼ੁਰਗ ਸਿੰਘ ਨੂੰ ਇਸ ਬੀਬੀ ਦਾ ਬੜਾ ਹੀ ਠਰਮੇ ਤੇ ਪੱਕੇ ਮਨ ਦੇ ਨਾਲ ਇਹ ਉੱਤਰ ਸੀ ਕਿ ਬਾਬਾ ਜੀ, ਜਿਸ ਤਰ੍ਹਾਂ ਸਾਡਾ ਜੀਵਨ ਗੁਰੂ ਘਰ ਦੀ ਅਮਾਨਤ ਹੈ, ਇਸੇ ਤਰ੍ਹਾਂ ਇਸ ਬੱਚੇ ਦਾ ਸਰੀਰ ਵੀ ਗੁਰੂ ਘਰ ਤੇ ਗੁਰੂ ਪੰਥ ਦੀ ਹੀ ਵਸਤੂ ਹੈ। ਜੇ ਸਾਡਾ ਸਭਨਾਂ ਦਾ ਇਸ ਪਵਿੱਤਰ ਸਥਾਨ ਅੰਦਰ ਲਹੂ ਡੁੱਲਣ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਪੰਥ ਨੂੰ ਹੋਰ ਬਲ, ਚੜ੍ਹਦੀ ਕਲਾ ਤੇ ਖਾਲਸਾ ਰਾਜ ਨਸੀਬ ਹੋ ਜਾਣਗੇ ਤਾਂ ਇਸ ਵਿੱਚ ਸਾਡੇ ਧੰਨ ਭਾਗ ਹੋਣਗੇ। ਆ ਸੋਚਦੇ ਜੋ ਅਸੀਂ ਇੱਥੇ ਕਾਇਮ ਵਾਹਿਗੁਰੂ ਮੋਰਚੇ ਜੋ ਇੱਥੇ ਅਸੀਂ ਕਾਇਮ ਰੱਖੇ ਨੇ, ਗੁਰੂ ਘਰ ਉੱਪਰ ਹਮਲਾ ਹੋਣ ਸਮੇਂ ਦੁਸ਼ਮਣਾਂ ਨੂੰ ਸੋਧਣ ਤੇ ਆਪਣੇ ਅਖੀਰੀ ਸਾਹ ਤੱਕ ਗੁਰੂ ਘਰ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਦੇ ਮਨੋਰਥ ਦੇ ਨਾਲ ਬਣਾਈ ਬੈਠੇ ਹਾਂ। ਸੱਚ ਜਾਣੋ ਕਿ ਇਹ ਮੋਰਚੇ ਅਸਾਂ ਕੋਈ ਮੌਤ ਦੇ ਡਰ ਤੋਂ ਛੱਡ ਕੇ ਖਿਆਲ ਨਾਲ ਨਹੀਂ ਸੀ ਬਣਾਏ। ਮੈਂ ਤਾਂ ਇਸ ਗੱਲ ਵਿੱਚ ਹੀ ਆਪਣੇ ਬੜੇ ਧੰਨ ਭਾਗ ਸਮਝਦੀ ਹਾਂ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਮੇਰਾ ਜਨਮ ਇੱਕ ਸਿੱਖ ਘਰਾਣੇ ਦੇ ਵਿੱਚ ਹੋਇਆ ਹੈ ਤੇ ਫਿਰ ਹੁਣ ਮੇਰਾ ਸੰਬੰਧ ਵੀ ਸਿੱਖ ਧਰਮ ਦਾ ਪ੍ਰਚਾਰ ਹੈ ਤੇ ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਰਾਖੀ ਕਰਨ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਜੂਝ ਰਹੀ ਤੇ ਗੁਰਧਾਮਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਦ੍ਰਿੜ ਸੰਕਲਪ ਧਰ ਬੈਠੀ ਟਕਸਾਲ ਪਿੰਡਰਾਂਵਾਲੇ ਜਥੇ ਦੇ ਨਾਲ ਜੁੜਿਆ ਹੋਇਆ ਹੈ। ਮੇਰਾ ਤਾਂ ਸੱਚੀ ਗੱਲ ਇਹਨਾਂ ਮੋਰਚਿਆਂ ਨਾਲ ਜਿਨ੍ਹਾਂ ਨੂੰ ਰਲ ਮਿਲ ਕੇ ਆਪਾਂ ਹੱਥੀਂ ਬਣਾਇਆ ਹੈ, ਜਿਉਣ ਮਰਨ ਦੀ ਸਾਂਝ ਪੈ ਚੁੱਕੀ ਆ। ਹਾਂ, ਜਦੋਂ ਖਾਲਸਾ ਪੰਥ ਦੀ ਹਰ ਪੱਖੋਂ ਜਿੱਤ ਹੋ ਜਾਵੇਗੀ ਤਾਂ ਫਿਰ ਆਪਾਂ ਕਿਹੜਾ ਇੱਥੇ ਬੈਠੇ ਰਹਿਣਾ ਹੈ। ਉਦੋਂ ਤਾਂ ਫਿਰ ਆਪਾਂ ਸਭਨਾਂ ਨੇ ਆਪਣੇ ਪਰਿਵਾਰ ਸਮੇਤ ਆਪੋ ਆਪਣੇ ਆਲਣਿਆਂ ਦੇ ਵਿੱਚ ਚਲੇ ਹੀ ਜਾਣਾ ਹੈ। ਪਰ ਇਸ ਸਮੇਂ ਇਸ ਹਾਲਤ ਵਿੱਚ ਇਹਨਾਂ ਮੋਰਚਿਆਂ ਨੂੰ ਛੱਡ ਕੇ ਚਲੇ ਜਾਣ ਦਾ ਮਤਲਬ ਤਾਂ ਗੁਰੂ ਘਰ ਵੱਲੋਂ ਮੂੰਹ ਮੋੜਨਾ ਹੀ ਹੋਵੇਗਾ। ਬਾਬਾ ਜੀ, ਇੱਕ ਨਾ ਇੱਕ ਦਿਨ ਤਾਂ ਆਖਰਕਾਰ ਦਰਗਾਹੋਂ ਸਦਾ ਆਉਣਾ ਹੀ ਹੈ। ਜੇ ਆਪਾਂ ਅੱਜ ਇੱਥੋਂ ਚਲੇ ਗਏ ਤਾਂ ਫਿਰ ਗੁਰੂ ਮਹਾਰਾਜ ਨੇ ਅੱਗੇ ਜਾ ਕੇ ਕੀ ਮੂੰਹ ਦਿਖਾਵਾਂਗੇ। ਭਾਈ ਅਮਰਜੀਤ ਸਿੰਘ ਦਹੇੜੂ, ਜਿਸ ਨੂੰ ਪੁਲਿਸ ਨੇ ਅਸਹਿ ਤੇ ਅਕੈਦ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ ਤੇ ਦੋਵੇਂ ਹੀ ਭੁਜੰਗੀ ਭਾਰਤੀ ਫੌਜ ਦੇ ਮੁਕਾਬਲੇ ਮੈਦਾਨ ਦੇ ਵਿੱਚ ਉਤਰ ਕੇ ਸਿੱਧੀ ਟੱਕਰ ਲੈਣ ਦੇ ਮਨੋਰਥ
ਤੇ ਨਿਸ਼ਾਨੇ ਨਾਲ ਹਥਿਆਰਬੰਦ ਰੂਪ ਦੇ ਵਿੱਚ ਮਨੋ ਚਿੱਤੋਂ ਤਿਆਰੀਆਂ ਕਸੀ ਬੈਠੇ ਸਨ। ਇਹਨਾਂ ਦੋਹਾਂ ਹੀ ਪੁਜੰਗੀਆਂ ਦੇ ਚਿਹਰਿਆਂ ਦੇ ਉੱਪਰ ਆਪਣੇ ਬਾਪ ਸਰਦਾਰ ਅਮਰਜੀਤ ਸਿੰਘ ਦੀ ਸ਼ਹੀਦੀ ਹੋ ਜਾਣ ਤੋਂ ਬਾਅਦ ਕਿਸੇ ਨੇ ਇੱਕ ਦਿਨ ਵੀ ਉਦਾਸੀ, ਘਬਰਾਹਟ, ਢੇਂਦੀ ਕਲਾ ਦਾ ਵਰਤਾਰਾ ਨਹੀਂ ਸੀ ਵੇਖਿਆ, ਸਗੋਂ ਉਹਨਾਂ ਦੇ ਬਾਅਦ ਉਹਨਾਂ ਦੇ ਚਿਹਰਿਆਂ ਉੱਪਰ ਰੱਬ ਦਾ ਨੂਰ ਦਿਨੋਂ ਦਿਨ ਨਿਖਰਦਾ, ਮੋਲਦਿਆਂ ਤੇ ਵਿਕਸਿਆ ਵੇਖਿਆ ਸੀ। ਛੋਟੀ ਜਿਹੀ ਉਮਰ ਵਿੱਚ ਹੀ ਮਨ ਬਲਵਾਨ ਸਨ, ਅੱਖਾਂ ਵਿੱਚ ਅਵਤਾਰੀ ਨੂਰ ਦੀ ਢਲਕ ਸੀ ਅਤੇ ਅੰਤਸ਼ਕਰਨ ਅੰਦਰ ਸਿੱਖ ਦੁਸ਼ਮਣ ਤਾਕਤਾਂ ਭਾਰਤ ਸਰਕਾਰ ਦੇ ਸਾਮਰਾਜ ਪ੍ਰਤੀ ਅਥਾਹ ਗੁੱਸੇ ਤੇ ਜੋਸ਼ ਦਾ ਝੱਖੜ ਝੁਲਦਾ ਹੋਇਆ ਸਾਫ਼ ਪ੍ਰਤੀਤ ਹੁੰਦਾ ਸੀ। ਦਿਲਾਂ ਦੇ ਉਸ ਝੱਖੜ ਦੀਆਂ ਤੂਫਾਨੀ ਲਹਿਰਾਂ ਦੇ ਵਿੱਚ ਇੱਕ ਐਸੀ ਬਿਜਲਈ ਰੋਸ਼ਨੀ ਚਮਕਾ ਲਿਸ਼ਕਾ ਮਾਰਦੀ ਹੋਈ ਦਿਸਦੀ ਸੀ, ਜਿਸ ਦੇ ਵਿੱਚ ਦੋ ਵੱਖ-ਵੱਖ ਪ੍ਰਭਾਵ ਵਾਲੀਆਂ ਸ਼ਕਤੀਆਂ ਕੰਮ ਕਰਦੀਆਂ ਹੋਈਆਂ ਦਿਸਦੀਆਂ ਸਨ। ਇੱਕ ਸ਼ਕਤੀ ਸੀ ਜੋ ਆਪਣੇ ਅੰਦਰ ਅਕਿਰਤਕਣ ਤੇ ਵਿਸ਼ਵਾਸਘਾਤਕ ਸਾਮਰਾਜ ਦੀ ਤਬਾਹੀ ਤੇ ਬਰਬਾਦੀ ਦਾ ਸੁਨੇਹਾ ਤੇ ਸੰਕਲਪ ਸਾਂਭੀ ਬੈਠੀ ਸੀ, ਅਤੇ ਦੂਸਰੀ ਸ਼ਕਤੀ ਦਾ ਪ੍ਰਭਾਵ ਸੀ ਕਿ ਇੱਕ ਐਸੀ ਮਿੱਠੀ ਪਿਆਰੀ ਫੁਹਾਰ ਤੇ ਵਰਖਾ ਦਾ ਜੋ ਖਾਲਸੇ ਪੰਥ ਦੇ ਭਵਿੱਖ ਲਈ ਖੁਸ਼ੀ ਤੇ ਖੇੜੇ ਦੀਆਂ ਰੋਸ਼ਨ ਆਸਾਂ, ਉਮੀਦਾਂ ਤੇ ਸੰਭਾਵਨਾਵਾਂ ਨੂੰ ਆਪਣੀ ਇੱਕ ਕਣੀ ਅਰਥਾਤ ਬੂੰਦ ਵਿੱਚ ਸਾਂਭੀ ਬੈਠੀ ਸੀ। ਸਿੰਘਾਂ ਦੀਆਂ ਅਰਦੰਗਨੀਆਂ ਤੇ ਉਹਨਾਂ ਦੇ ਪਰਿਵਾਰ ਦੇ ਹੋਰ ਜੀ ਭਾਵੇਂ ਕੰਪਲੈਕਸ ਦੇ ਅੰਦਰ ਹੀ ਡਟੇ ਰਹਿਣ ਤੇ ਸ਼ਹੀਦੀਆਂ ਪਾਉਣ ਲਈ ਮਨੋ ਚਿੱਤੋਂ ਤਿਆਰ ਹੋਏ ਬੈਠੇ ਸਨ, ਪਰ ਇਸ ਦੇ ਬਾਵਜੂਦ ਕੁਝ ਇੱਕ ਬਜ਼ੁਰਗਾਂ ਅਤੇ ਗਿਆਨੀ ਦਲੀਪ ਸਿੰਘ ਜੋ ਇੱਕ ਉੱਚੇ ਕਵੀ ਤੇ ਵਿਦਵਾਨ ਕਥਾਵਾਚਕ ਹਨ, ਅਤੇ ਗਿਆਨੀ ਮੋਹਨ ਸਿੰਘ ਜੋ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਵਜੋਂ ਬੜੀ ਉੱਤਮ ਸੇਵਾ ਨਿਭਾ ਰਹੇ ਹਨ, ਨੇ ਕੁਝ ਇੱਕ ਬੀਬੀਆਂ ਬੱਚਿਆਂ ਦੇ ਆਪਣੇ ਨਿਵਾਸ ਉੱਪਰ ਪ੍ਰਬੰਧ ਕਰ ਹੀ ਦਿੱਤੇ ਸੀ। ਪਰ ਇਸ ਦੇ ਬਾਵਜੂਦ ਬੀਬੀ ਉਪਕਾਰ ਕੌਰ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਸਤਰੀ ਵਿੰਗ ਹਰਿਮੰਦਰ ਸਿੰਘ ਸੰਧੂ ਦੀ ਪਤਨੀ ਨੂੰ ਅਕਾਲ ਰੈਸਟ ਹਾਊਸ ਵਾਲੇ ਪਾਸਿਓਂ ਬਾਬਾ ਅਟਲ ਵੱਲ ਦੇ ਕੁਆਟਰਾਂ ਵੱਲ ਭੇਜਿਆ ਜਾ ਰਿਹਾ ਸੀ। ਤਾਂ ਉਸ ਸਮੇਂ ਬੀਬੀ ਉਪਕਾਰ ਕੌਰ ਦੇ ਇਹ ਬੋਲ ਸਨ, ਬਾਬਾ ਅਟਲ ਸਾਹਿਬ ਨਾਲ ਲੱਗਦੇ ਕੁਆਟਰ ਵੀ ਕੰਪਲੈਕਸ ਦੇ ਨਾਲ ਹੀ ਪੈਂਦੇ ਨੇ, ਫਿਰ ਕੀ ਹੋਇਆ ਜੇ ਸਾਨੂੰ ਇਸ ਪਾਸੇ ਵੱਲ ਚਲੇ ਜਾਣ ਲਈ ਜ਼ੋਰ ਦਿੱਤਾ ਤੇ ਮਜਬੂਰ ਕੀਤਾ ਜਾ ਰਿਹਾ ਹੈ। ਬਸ ਸਾਨੂੰ ਤਾਂ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਵਾਲੇ ਦੁਸ਼ਟ ਇੱਕ ਵਾਰ ਨਜ਼ਰੀ ਪੈਣੇ ਚਾਹੀਦੇ ਨੇ, ਫਿਰ ਅਸੀਂ ਉਹਨਾਂ ਨੂੰ ਨੱਠਣ ਨਹੀਂ ਦੇਵਾਂਗੀਆਂ। ਜਿੰਨੇ ਸੋਧੇ ਗਏ ਜ਼ਰੂਰ ਸੋਧਾਂਗੀਆਂ, ਇਹ ਤਾਂ ਅਸਾਂ ਵੀ ਮਨੋ ਚਿੱਤੋਂ ਨਿਸ਼ਚਾ ਤਾਰ ਰੱਖਿਆ। ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਦੀ ਸੂਰਤ ਵਿੱਚ ਮੈਦਾਨ ਵਿੱਚ ਤਾਂ ਅਸਾਂ ਉਤਰਨਾ ਹੀ ਉਤਰਨਾ ਹੈ, ਇਸੇ ਲਈ ਹੀ ਤਾਂ ਆਪਣੇ ਹਥਿਆਰ ਆਪਣੇ ਨਾਲ ਲੈ ਚੱਲੀਆਂ ਹਾਂ। ਦੁਸ਼ਟ ਇੱਕ ਵਾਰ ਗੁਰੂ ਘਰ ਅੰਦਰ ਦਾਖਲ ਹੋ ਕੇ ਵੇਖਣ, ਉਹਨਾਂ ਨੂੰ ਫਿਰ ਦੱਸਾਂਗੀਆਂ ਕੰਪਲੈਕਸ ਅੰਦਰ ਕਿਵੇਂ ਦਾਖਲ ਹੋਈਦਾ ਏ। ਸ਼ਹੀਦੀ ਤਾਂ ਅਸਾਂ ਪਾਉਣੀ ਹੈ, ਪਰ ਦਰਬਾਰ ਸਾਹਿਬ ਉੱਪਰ ਹਮਲੇ ਦੀ ਸੂਰਤ ਵਿੱਚ ਅਸੀਂ ਵਾਹਿਗੁਰੂ ਦੇ ਦਰਬਾਰ ਚੋਂ ਖਾਲਸਾ ਪੰਥ ਅੰਦਰ ਉਦੋਂ ਤੱਕ ਬਾਰ-ਬਾਰ ਜਨਮ ਮੰਗਦੀਆਂ ਰਹਾਂਗੀਆਂ ਜਦੋਂ ਤੱਕ ਇਹ ਦੁਸ਼ਟ ਸਾਮਰਾਜ ਦੀਆਂ ਜੜ੍ਹਾਂ ਮੁੱਢੋਂ ਪੁੱਟ ਕੇ ਨਹੀਂ ਸੁੱਟ ਦਿੰਦੀਆਂ ਜਾਣਗੀਆਂ। ਮੁਕਤੀ ਸ਼ਕਤੀ ਵੇਲ ਵੱਲ ਫੇਰ ਹੀ ਧਿਆਨ ਦਿਆਂਗੀਆਂ। ਉਹ ਇਹਨਾਂ ਦੇ ਉਸ ਵੇਲੇ ਬੋਲ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।